प्यारे विद्यार्थियों, प्यार भरी सत श्री अकाल। मैं लखविंदर कौर, पंजाबी मिस्ट्रेस, सरकारी हाई स्कूल पटोया। ਬੱਚਿਓ, ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅਸੀਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ, ਜਿਸ ਦੇ ਸੰਬੰਧ ਦੇ ਵਿੱਚ ਬਹੁਤ ਸਾਰੇ ਵਿੱਦਿਅਕ ਮੁਕਾਬਲੇ ਜਿਹੜੇ ਨੇ ਉਹ ਵੀ ਚੱਲ ਰਹੇ ਨੇ ਤੇ ਜਿਸ ਵਿੱਚ ਬਹੁਤ ਸਾਰੇ ਵਿਦਿਆਰਥੀ ਜਿਹੜੇ ਨੇ ਉਹ ਵੱਧ ਚੜ ਕੇ ਹਿੱਸਾ ਲੈ ਰਹੇ ਨੇ। ਪਰ ਵਿਦਿਆਰਥੀਓ, ਸਾਡੇ ਵਿੱਚ ਬਹੁਤ ਹੀ ਘੱਟ ਬੱਚੇ ਅਜਿਹੇ ਹੋਣਗੇ ਕਿ ਜਿਨ੍ਹਾਂ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਬਾਰੇ ਪੂਰੀ ਜਾਣਕਾਰੀ ਹੋਵੇ। ਤੇ ਆਓ ਮੇਰੀ ਇਸ ਵੀਡੀਓ ਦੇ ਵਿੱਚ ਅਸੀਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਦੇ ਬਾਰੇ ਵਿੱਚ ਕੁਝ ਜਾਣਕਾਰੀ ਜਿਹੜੀ ਹੈ ਉਹ ਪ੍ਰਾਪਤ ਕਰਦੇ ਹਾਂ। ਦੇਖੋ ਬੇਟਾ, ਕਦੇ ਕਦੇ ਸੰਸਾਰ ਦੀ ਕਿਸੇ ਨੁਕਰੇ ਕੋਈ ਮਹਾਂਪੁਰਖ ਜਿਹੜਾ ਹੈ ਉਹ ਤਪੱਸਿਆ ਕਰਦਾ ਨਜ਼ਰ ਆਉਂਦਾ ਹੈ ਤੇ ਸੰਸਾਰ ਦੇ ਆਮ ਸਧਾਰਨ ਮਨੁੱਖ ਜਿਹੜੇ ਨੇ ਉਸ ਵੱਲ ਇੱਕ ਨਜ਼ਰ ਨਾਲ ਵੇਖਦੇ ਨੇ ਤੇ ਅੱਗੇ ਨਿਕਲ ਜਾਂਦੇ ਨੇ। ਆਪੋ ਆਪਣੇ ਕੰਮਾਂ ਵਿੱਚ ਰੁੱਝੇ ਹੋਏ ਲੋਕ ਇਹ ਨਹੀਂ ਸਮਝ ਸਕਦੇ ਕਿ ਇਸ ਤਪੱਸਿਆ ਦੇ ਪਿੱਛੇ ਕੋਈ ਬਹੁਤ ਵੱਡਾ ਨਿਸ਼ਾਨਾ ਲੁਕਿਆ ਹੋਇਆ ਏ ਜਾਂ ਕਿਸੇ ਬਹੁਤ ਵੱਡੇ ਸਾਕੇ ਦਾ ਮੁੱਢ ਜਿਹੜਾ ਹੈ ਉਹ ਬੰਨਿਆ ਜਾ ਰਿਹਾ ਹੈ। ਇਹ ਗੱਲ ਤੇ ਉਹ ਮਹਾਂਪੁਰਖ ਆਪ ਹੀ ਸਮਝ ਸਕਦਾ ਹੈ, ਹੋਰ ਦੂਸਰਾ ਕੋਈ ਵੀ ਨਹੀਂ। ਤਿਆਗ ਲਫ਼ਜ਼ ਜਿਹੜਾ ਹੈ ਬੇਟਾ, ਉਹ ਕਹਿਣ ਦੇ ਵਿੱਚ ਤੇ ਬਹੁਤ ਸੌਖਾ ਹੈ, ਪਰੰਤੂ ਇਹ ਕਰਨਾ ਜਿਹੜਾ ਹੈ ਉਹ ਬਹੁਤ ਹੀ ਕਠਿਨ ਹੈ। ਸੰਸਾਰ ਦੇ ਵਿੱਚ ਕੋਈ ਵਿਰਲੀ ਮਾਂ ਹੀ ਅਜਿਹੀ ਹੋਵੇਗੀ ਜਿਹੜੀ ਕਿ ਅਜਿਹਾ ਪੁੱਤਰ ਪੈਦਾ ਕਰਦੀ ਹੈ ਜੋ ਸੰਸਾਰ ਦੇ ਸਾਰੇ ਸੁੱਖਾਂ, ਧਨ ਦੌਲਤ, ਇਸਤਰੀ ਤੇ ਬੱਚਿਆਂ ਦਾ ਮੋਹ ਤਿਆਗ ਕੇ ਆਪਣਾ ਬਲਿਦਾਨ ਦੇਣ ਦੇ ਲਈ ਤੁਰ ਪਵੇ। ਉਹ ਵੀ ਕਿਸੇ ਦਬਾਅ ਹੇਠ ਨਹੀਂ, ਸਗੋਂ ਕੇਵਲ ਇਸ ਲਈ ਕਿ ਅਜਿਹਾ ਕਰਨ ਨਾਲ ਉਸਦੇ ਦੇਸ਼ ਤੇ ਉਸ ਵਿੱਚ ਵਸਣ ਵਾਲੇ ਲੋਕਾਂ ਦਾ ਕਲਿਆਣ ਹੋ ਸਕੇ। ਸੰਸਾਰ ਤੇ ਅਜਿਹਾ ਆਦਮੀ ਕੋਈ ਨਹੀਂ ਦਿਸਦਾ ਬੇਟਾ ਜੋ ਤਪਸਵੀ ਵੀ ਹੋਵੇ, ਤਿਆਗੀ ਵੀ ਹੋਵੇ ਤੇ ਕੁਰਬਾਨੀ ਵਿੱਚ ਵੀ ਉਸਦਾ ਕੋਈ ਸਾਨੀ ਨਾ ਹੋਵੇ। ਹਾਂ, ਪਰ ਸੰਸਾਰ ਵਿੱਚ ਇੱਕ ਮਿਸਾਲ ਮੌਜੂਦ ਹੈ ਤੇ ਉਹ ਹੈ ਸਿੱਖਾਂ ਦੇ 9ਵੇਂ ਗੁਰੂ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ, ਜਿਨ੍ਹਾਂ ਵਿੱਚ ਇਹਨਾਂ ਸਾਰੇ ਗੁਣਾਂ ਤੋਂ ਇਲਾਵਾ ਨਿਰਮਾਨਤਾ ਤੇ ਨਿਰਵੈਰਤਾ ਵੀ ਕੁੱਟ-ਕੁੱਟ ਕੇ ਭਰੀ ਹੋਈ ਸੀ ਤੇ ਇਹਨਾਂ ਸਾਰਿਆਂ ਗੁਣਾਂ ਦੇ ਨਾਲ ਉਹ ਆਤਮ ਸ਼ਕਤੀ ਦਾ ਭਰਿਆ ਹੋਇਆ ਭੰਡਾਰਾ ਵੀ ਸਨ। ਬੇਟਾ, ਸ਼੍ਰੀ ਗੁਰੂ ਤੇਗ ਬਹਾਦਰ ਜੀ 9ਵੀਂ ਪਾਤਸ਼ਾਹੀ, ਉਹਨਾਂ ਦਾ ਜਨਮ ਜਿਹੜਾ ਹੈ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗ੍ਰਹਿ ਵਿੱਚ ਗੁਰੂ ਕੇ ਮਹਿਲ ਅੰਮ੍ਰਿਤਸਰ ਦੇ ਵਿੱਚ ਮਾਤਾ ਨਾਨਕੀ ਜੀ ਦੇ ਕੁੱਖੋਂ 1 ਅਪ੍ਰੈਲ 1621 ਨੂੰ ਹੋਇਆ ਸੀ। ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਬਚਪਨ ਤੋਂ ਹੀ ਵੈਰਾਗੀ ਤੇ ਤਿਆਗੀ ਤਬੀਅਤ ਦੇ ਮਾਲਕ ਸਨ। ਸੰਸਾਰ ਦੀ ਮਾਇਆ ਦਾ ਮੋਹ ਉਹਨਾਂ ਨੂੰ ਕਦੇ ਵੀ ਨਹੀਂ ਸੀ। ਵਿੱਦਿਆ ਵੱਲ ਉਹਨਾਂ ਦੀ ਖਾਸ ਰੁਚੀ ਸੀ ਤੇ ਅੱਖਰੀ ਵਿੱਦਿਆ ਦੇ ਨਾਲ ਹੀ ਉਹਨਾਂ ਨੇ ਸ਼ਾਸਤਰ ਵਿੱਦਿਆ ਤੇ ਘੋੜੇ ਦੀ ਸਵਾਰੀ ਵੀ ਜਿਹੜੀ ਹੈ ਉਹ ਬਚਪਨ ਵਿੱਚ ਹੀ ਸਿੱਖ ਲਈ ਸੀ। ਬਚਪਨ ਦੇ ਖਾਤਮੇ ਤੇ ਆਪ ਇੱਕ ਸੁੰਦਰ ਤੇ ਸਜੀਲੇ ਗੱਭਰੂ ਤੇ ਤਲਵਾਰ ਦੇ ਚੰਗੇ ਧਨੀ ਹੋ ਗਏ ਸਨ, ਜਿਸ ਕਰਕੇ ਉਹਨਾਂ ਦੇ ਪਿਤਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹਨਾਂ ਦਾ ਨਾਮ ਤੇਗ ਬਹਾਦਰ ਰੱਖ ਦਿੱਤਾ ਸੀ। ਪਿਤਾ ਜੀ ਦੇ ਆਪ ਬਹੁਤ ਹੀ ਆਗਿਆਕਾਰੀ ਸਨ ਤੇ ਪਿਤਾ ਜੀ ਦਾ ਇੰਨਾ ਸਤਿਕਾਰ ਕਰਦੇ ਸਨ ਕਿ ਜਦੋਂ ਵੀ ਉਹਨਾਂ ਦੇ ਸਾਹਮਣੇ ਜਾਂਦੇ ਸੀ ਉਹਨਾਂ ਦਾ ਸਿਰ ਝੁਕ ਜਾਂਦਾ ਸੀ। ਗੁਰੂ ਪਿਤਾ ਨਾਲ ਉਹਨਾਂ ਦਾ ਖਾਸ ਪਿਆਰ ਸੀ। ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਾਦੀ 6ਵੇਂ ਪਾਤਸ਼ਾਹ ਨੇ ਕਰਤਾਰਪੁਰ, ਜ਼ਿਲ੍ਹਾ ਜਲੰਧਰ, ਭਾਈ ਲਾਲ ਚੰਦ ਖੱਤਰੀ ਦੀ ਪੁੱਤਰੀ ਗੁਜਰੀ ਜੀ ਦੇ ਨਾਲ ਕਰ ਦਿੱਤੀ ਸੀ। ਪਰ ਆਪ ਨਾਮ ਦੇ ਰੰਗ ਵਿੱਚ ਹੀ ਰੰਗੇ ਹੋਏ ਹਰ ਸਮੇਂ ਘਰ ਵਿੱਚ ਤਿਆਗੀਆਂ ਤੇ ਵੈਰਾਗੀਆਂ ਵਾਲਾ ਜੀਵਨ ਬਤੀਤ ਕਰਦੇ ਸਨ। ਆਪ ਦੇ ਪਿਤਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜੋਤੀ ਜੋਤ ਸਮਾਨ ਤੋਂ ਪਹਿਲੇ ਆਪਣੀ ਗੁਰਤਾ ਗੱਦੀ ਆਪਣੇ ਪੋਤਰੇ ਸ਼੍ਰੀ ਗੁਰੂ ਹਰ ਰਾਏ ਸਾਹਿਬ ਜੀ ਨੂੰ ਬਖਸ਼ ਗਏ ਸਨ। ਮਾਤਾ ਨਾਨਕੀ ਜੀ ਨੂੰ ਬਹੁਤ ਵੱਡੀ ਆਸ ਸੀ ਕਿ ਗੁਰਤਾ ਮੇਰੇ ਪੁੱਤਰ ਨੂੰ ਹੀ ਮਿਲੇਗੀ, ਪਰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜੋਤੀ ਜੋਤ ਸਮਾਨ ਤੋਂ ਪਹਿਲਾਂ ਮਾਤਾ ਨਾਨਕੀ ਜੀ ਨੂੰ ਧੀਰਜ ਦੇ ਕੇ ਇਹ ਕਹਿ ਕੇ ਗਏ ਸਨ ਕਿ ਤੇਰੇ ਪੁੱਤਰ ਨੂੰ ਗੁਰਤਾ ਮਿਲੇਗੀ, ਪਰ ਅਜੇ ਸਮਾਂ ਲੱਗੇਗਾ ਤੇ ਜਦੋਂ ਅਸੀਂ ਸੱਚਖੰਡ ਚਲੇ ਜਾਵਾਂਗੇ ਤਾਂ ਉਸ ਪਿੱਛੋਂ ਤੁਸੀਂ
ਕੀਰਤਪੁਰ ਨਾ ਰਹਿਣਾ, ਸਗੋਂ ਆਪਣੇ ਪੇਕੇ ਪਿੰਡ ਬਟਾਲੇ ਜਾ ਕੇ ਰਹਿਣਾ ਤੇ ਉੱਥੇ ਹੀ ਤੁਹਾਡੇ ਪੁੱਤਰ ਨੂੰ ਗੁਰਤਾ ਪ੍ਰਾਪਤ ਹੋਵੇਗੀ। ਇਸ ਲਈ ਉਸ ਸਮੇਂ ਦੀ ਅਜੇ ਤੁਹਾਨੂੰ ਉਡੀਕ ਕਰਨੀ ਪਵੇਗੀ। ਤੇ ਉਸੇ ਤਰ੍ਹਾਂ ਹੀ ਹੋਇਆ ਬੇਟਾ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੋਤੀ ਜੋਤ ਸਮਾ ਜਾਣ ਪਿੱਛੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਨਾ ਹੀ ਕੀਰਤਪੁਰ ਵਿੱਚ ਰਹੇ ਤੇ ਨਾ ਹੀ ਅੰਮ੍ਰਿਤਸਰ, ਉਹ ਬਾਬੇ ਬਕਾਲੇ ਆ ਗਏ। ਨਾਲ ਹੀ ਉਹਨਾਂ ਦੇ ਮਾਤਾ ਨਾਨਕੀ ਜੀ ਤੇ ਉਹਨਾਂ ਦੇ ਮਹਿਲ ਸ੍ਰੀ ਗੁਰੂ ਗੁਜਰੀ ਜੀ ਵੀ ਨਾਲ ਹੀ ਆ ਗਏ। ਇੱਥੇ ਆ ਕੇ ਵੀ ਉਹ ਹੋਰ ਪ੍ਰਭੂ ਭਗਤੀ ਵੱਲ ਵਧੇਰੇ ਧਿਆਨ ਲਾਉਣ ਲੱਗ ਪਏ। ਜਿਨ੍ਹਾਂ ਨੇ ਬੇਟਾ ਬਾਬਾ ਬਕਾਲਾ ਦਾ ਗੁਰਦੁਆਰਾ ਦੇਖਿਆ ਹੋਏਗਾ ਤੇ ਉਹਨਾਂ ਨੂੰ ਬੱਚਿਆਂ ਨੂੰ ਪਤਾ ਹੋਏਗਾ ਕਿ ਉੱਥੇ ਵੱਡੇ ਗੁਰਦੁਆਰੇ ਦੇ ਨਾਲ ਹੀ ਇੱਕ ਭੋਰਾ ਸਾਹਿਬ ਵੀ ਹੈ। ਕੁਝ ਸਾਲ ਪਹਿਲਾਂ ਤੇ ਉੱਥੇ ਬਿਲਕੁਲ ਹੀ ਇੱਕ ਸਧਾਰਨ ਜਿਹੀ ਇਮਾਰਤ ਸੀ, ਪਰ ਹੁਣ ਸੰਗਤਾਂ ਨੇ ਉੱਥੇ ਅੰਮ੍ਰਿਤਸਰ ਜਿਹੀ ਸ਼ਾਨਦਾਰ ਇਮਾਰਤ ਜਿਹੜੀ ਹੈ ਉਹ ਬਣਾ ਦਿੱਤੀ ਹੈ। ਗੁਰੂ ਸਾਹਿਬਾਂ ਦੇ ਸਮੇਂ ਇਹ ਭੋਰਾ ਬੇਟਾ ਕੱਚਾ ਸੀ ਤੇ ਉਹ ਆਪ ਇਸ ਵਿੱਚ ਬਹਿ ਕੇ ਤਪ ਕਰਦੇ ਸਨ। ਕਿਸੇ ਨਾਲ ਵੀ ਗੱਲਬਾਤ ਘੱਟ ਕਰਦੇ ਸਨ। ਇਸ ਤਰ੍ਹਾਂ ਲੱਗਦਾ ਸੀ ਕਿ ਜਿਸ ਤਰ੍ਹਾਂ ਗੁਰੂ ਜੀ ਤਪ ਨਾਲ ਆਪਣੀ ਆਤਮਾ ਨੂੰ ਕਿਸੇ ਮਹਾਨ ਕੰਮ ਦੇ ਲਈ ਤਿਆਰ ਕਰ ਰਹੇ ਹੋਣ। ਤੇ ਤੁਸੀਂ ਜਾਣਦੇ ਹੋ ਬੇਟਾ, ਗੁਰੂ ਜੀ ਨੇ ਉੱਥੇ 20-22 ਸਾਲ ਬਾਬੇ ਬਕਾਲੇ ਦੇ ਵਿੱਚ ਤਪ ਜਿਹੜਾ ਹੈ ਉਹ ਕਰਦੇ ਰਹੇ। ਤੇ 1664 ਈਸਵੀ ਦੇ ਆਰੰਭ ਵਿੱਚ ਜਦੋਂ ਗੁਰੂ ਹਰ ਰਾਏ ਜੀ ਗੁਰੂ ਹਰਕ੍ਰਿਸ਼ਨ ਜੀ ਨੂੰ ਆਪਣੀ ਗੱਦੀ ਸੌਂਪ ਗਏ ਸਨ, ਤਾਂ ਗੁਰੂ ਹਰਕ੍ਰਿਸ਼ਨ ਜੀ ਵੀ ਜਦੋਂ ਦਿੱਲੀ ਵਿੱਚ ਜੋਤੀ ਜੋਤ ਬੇਟਾ ਸਮਾ ਗਏ ਤੇ ਉਹਨਾਂ ਦੇ ਜੋਤੀ ਜੋਤ ਸਮਾਨ ਤੋਂ ਪਹਿਲਾਂ ਸੰਗਤਾਂ ਨੇ ਉਹਨਾਂ ਨੂੰ ਪੁੱਛਿਆ ਕਿ ਗੁਰੂ ਜੀ ਸਾਨੂੰ ਹੁਣ ਤੁਸੀਂ ਕਿਸ ਦੇ ਲੜ ਲਾ ਚੱਲੇ ਹੋ? ਤਾਂ ਗੁਰੂ ਸਾਹਿਬ ਨੇ ਕਿਹਾ ਬਾਬੇ ਬਕਾਲੇ। ਭਾਵ ਗੱਲ ਉਹਨਾਂ ਦੀ ਸਪਸ਼ਟ ਸੀ, ਪਰੰਤੂ ਕਈ ਉਸ ਵੇਲੇ ਖੁਦਗਰਜ ਲੋਕ ਸੀਗੇ ਜਿਨ੍ਹਾਂ ਨੇ ਕਿ ਉਸ ਵੇਲੇ ਸੰਗਤਾਂ ਨੂੰ ਜਿਹੜਾ ਹੈ ਉਹ ਭੁਲੇਖਾ ਪਾ ਦਿੱਤਾ। ਤੇ ਉਸ ਵੇਲੇ ਬੇਟਾ ਕਈ ਧੀਰ ਮੱਲ ਤੇ ਹੋਰ ਕਈ ਗੁਰੂ ਘਰ ਦੇ ਦੁਰਕਾਰੇ ਹੋਏ ਜਿਹੜੇ ਬੰਦੇ ਸਨ, ਉਹ ਪਹਿਲਾਂ ਹੀ ਗੁਰੂ ਗੱਦੀ ਦੇ ਲਈ ਮਾਰੇ ਫਿਰ ਰਹੇ ਸਨ। ਇਸ ਲਈ ਉਹਨਾਂ ਨੇ ਕੀ ਕੀਤਾ ਤੇ ਇਸ ਮੌਕੇ ਦਾ ਫਾਇਦਾ ਉਠਾਇਆ ਤੇ ਸੰਗਤਾਂ ਨੂੰ ਗੁੰਮਰਾਹ ਕਰਕੇ ਆਪਣਾ ਮਤਲਬ ਜਿਹੜਾ ਹੈ ਉਹ ਕੱਢਣਾ ਚਾਹਿਆ। ਧੀਰ ਮੱਲ ਤੇ ਕੁਝ ਹੋਰ ਸੋਢੀ ਝਟਪਟ ਹੀ ਬਾਬੇ ਬਕਾਲੇ ਪੁੱਜ ਗਏ ਤੇ ਉਹਨਾਂ ਨੇ ਵੱਖ-ਵੱਖ ਗੱਦੀਆਂ ਲਾ ਕੇ ਤੇ ਉੱਥੇ ਗੁਰੂ ਬਣ ਕੇ ਬੈਠ ਗਏ। ਧੀਰ ਮੱਲ ਨੇ ਹਰਗੋਬਿੰਦ ਸਾਹਿਬ ਜੀ ਦੇ ਕੋਲੋਂ ਕਰਤਾਰਪੁਰ ਆਉਣ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਵੀ ਜਿਹੜੀ ਹੈ ਉਹ ਵੀ ਇੱਕ ਚੁੱਕ ਕੇ ਲੁਕਾ ਲਈ ਸੀ। ਤੇ ਉਹਨਾਂ ਨੇ ਆਪਣੇ ਪਿਤਾ ਗੁਰਦਿੱਤਾ ਜੀ ਦੇ ਜੋਤੀ ਜੋਤ ਸਮਾਨ ਤੇ ਵੀ ਜਦੋਂ ਗੁਰੂ ਜੀ ਨੇ ਉਹਨਾਂ ਕੋਲੋਂ ਪਾਠ ਦਾ ਭੋਗ ਪਾਉਣ ਲਈ ਬੀੜ ਸਾਹਿਬ ਮੰਗੀ ਸੀ ਤੇ ਉਸ ਵੇਲੇ ਵੀ ਉਹਨਾਂ ਨੂੰ ਉਹ ਬੀੜ ਨਹੀਂ ਸੌਂਪੀ ਸੀ। ਇਸ ਤਰ੍ਹਾਂ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਵੀ ਜਿਹੜੀ ਹੈ ਬੇਟਾ ਉਹ ਆਪਣੇ ਅਧਿਕਾਰ ਵਿੱਚ ਲੈ ਲਈ ਸੀ ਤੇ ਜਿਸ ਕਰਕੇ ਸੰਗਤਾਂ ਨੂੰ ਗੁੰਮਰਾਹ ਕਰਨਾ ਉਹਨਾਂ ਦੇ ਲਈ ਹੋਰ ਵੀ ਸੌਖਾ ਹੋ ਗਿਆ ਸੀ। ਤੇ ਇਸ ਤਰ੍ਹਾਂ ਸੰਗਤਾਂ ਨੂੰ ਉਹਨਾਂ ਨੇ ਬੇਟਾ ਬਹੁਤ ਹੀ ਭੁਲੇਖਾ ਪਾਇਆ ਤੇ ਇਹ ਚਲਾਕ ਲੋਕ ਜਿਹੜੇ ਨੇ ਉੱਥੇ ਗੁਰੂ ਬਣ ਕੇ ਬਾਬੇ ਬਕਾਲੇ ਦੇ ਵਿੱਚ ਬੈਠ ਗਏ ਤੇ ਲੋਕਾਂ ਨੂੰ ਬੁਰੀ ਤਰ੍ਹਾਂ ਲੁੱਟਣ ਲੱਗ ਪਏ। ਮਾਤਾ ਨਾਨਕੀ ਜੀ ਤੇ ਸਮਝਦੇ ਸਨ ਕਿ ਗੁਰੂ ਗੱਦੀ ਜਿਹੜੀ ਹੈ ਉਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਹਿੱਸੇ ਆਈ ਹੈ, ਪਰ ਗੁਰੂ ਜੀ ਲਾਪਰਵਾਹ ਆਪਣੇ ਤਪ ਦੇ ਵਿੱਚ ਰੁੱਝੇ ਹੋਏ ਸਨ। ਉਹਨਾਂ ਦਾ ਧਿਆਨ ਹਾਲੇ ਬਿਲਕੁਲ ਵੀ ਇੱਧਰ ਨਹੀਂ ਸੀ ਗਿਆ। ਇਸ ਤਰ੍ਹਾਂ ਲੱਗਦਾ ਸੀ ਕਿ ਜਿਸ ਤਰ੍ਹਾਂ ਉਹਨਾਂ ਦਾ ਤਪ ਜਿਹੜਾ ਹੈ ਉਹ ਅਜੇ ਸੰਪੂਰਨ ਨਹੀਂ ਸੀ ਹੋਇਆ। ਮਾਤਾ ਨਾਨਕੀ ਜੀ ਨੇ ਫਿਰ ਇੱਕ ਪੱਤਰ ਜਿਹੜਾ ਹੈ ਉਹ ਗੋਇੰਦਵਾਲ ਦੇ ਵਿੱਚ ਗੁਰੂ ਅਮਰਦਾਸ ਜੀ ਦੇ ਅੰਸ਼ ਦੇ ਵਿੱਚੋਂ ਬਾਬਾ ਦਵਾਰਕਾ ਦਾਸ ਸਨ ਤੇ ਦੂਸਰਾ ਉਹਨਾਂ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਇੱਕ ਸਿੱਖ ਭਾਈ ਸਨ, ਉਹਨਾਂ ਨੂੰ ਵੀ ਲਿਖਿਆ। ਉਹਨਾਂ ਦੋਨਾਂ ਨੇ ਵੀ ਬੇਟਾ ਆ ਕੇ ਬਟਾਲੇ ਵਿੱਚ ਸੰਗਤਾਂ ਦਾ ਭੁਲੇਖਾ ਦੂਰ ਕਰਨ ਦਾ ਬਹੁਤ ਯਤਨ ਕੀਤਾ। ਥੋੜੀ ਬਹੁਤੀ ਉਹਨਾਂ ਨੂੰ ਸਫਲਤਾ ਮਿਲੀ ਪਰ ਪੂਰੀ ਤਰ੍ਹਾਂ ਨਹੀਂ। ਤੇ ਜਿਹੜਾ ਧੀਰ ਮੱਲ ਸੀ ਤੇ ਨਾਲ ਉਹਦੇ ਹੋਰ ਕਈ ਲੁਟੇਰੇ ਸਨ, ਉਹਨਾਂ ਨੇ ਐਸਾ ਜਾਲ ਵਿਛਾਇਆ ਹੋਇਆ ਸੀ ਜਿਨ੍ਹਾਂ ਨੂੰ ਕਿ ਮਾਤਾ ਨਾਨਕੀ ਜੀ ਦੇ ਲਈ ਤੋੜਨਾ ਜਿਹੜਾ ਹੈਗਾ ਉਹ ਬਹੁਤ ਹੀ ਔਖਾ ਸੀ। ਤੇ ਫਿਰ ਜਾਣਦੇ ਹੋ ਬੇਟਾ ਗੁਰੂ ਜੀ ਕਿਸ ਤਰ੍ਹਾਂ ਫਿਰ ਪ੍ਰਗਟ ਹੋਏ? ਇਹ ਵੀ ਇੱਕ ਬੇਟਾ ਬੜੀ ਪ੍ਰਸਿੱਧ ਸਾਖੀ ਹੈ। ਭਾਈ ਮੱਖਣ ਸ਼ਾਹ ਲੁਬਾਣਾ ਜੀ ਜਿਹੜੇ ਨੇ ਉਹਨਾਂ ਨੂੰ ਸਿੱਖ ਇਤਿਹਾਸ ਦੇ ਵਿੱਚ ਖਾਸ ਥਾਂ ਪ੍ਰਾਪਤ ਹੈ ਤੇ ਇੱਕ ਬੜੀ ਹੀ ਇਹ ਪ੍ਰਸਿੱਧ ਸਾਖੀ ਹੈ ਜਿਸ ਤਰ੍ਹਾਂ ਕਿ ਫਿਰ ਜਿਸ ਦੇ ਦੁਆਰਾ ਬਾਬਾ ਜੀ ਦਾ ਪ੍ਰਕਾਸ਼ ਜਿਹੜਾ ਹੈ ਹੋਇਆ ਸੀ। ਮੈਂ ਦੱਸਦੀ ਹਾਂ ਤੁਹਾਨੂੰ। ਕਹਿੰਦੇ ਕਿ ਇੱਕ ਵਾਰੀ
ਮੱਖਣ ਸ਼ਾਹ ਲੁਬਾਣਾ ਜਿਹੜਾ ਹੈ ਉਹ ਵਿਦੇਸ਼ਾਂ ਦੇ ਵਿੱਚੋਂ ਵਪਾਰ ਕਰਕੇ ਆ ਰਿਹਾ ਸੀ ਤੇ ਜਹਾਜ਼ ਦੇ ਉੱਪਰ ਆਪਣਾ ਸਮਾਨ ਜਿਹੜਾ ਹੈ ਉਹ ਸਾਰਾ ਹੀ ਲੱਦ ਕੇ ਲੈ ਕੇ ਆ ਰਿਹਾ ਸੀ। ਸਮੁੰਦਰ ਦੇ ਵਿੱਚ ਅਚਾਨਕ ਤੂਫਾਨ ਆਇਆ ਤੇ ਜਹਾਜ਼ ਦੇ ਡੁੱਬਣ ਦਾ ਖਤਰਾ ਜਿਹੜਾ ਹੈ ਉਹ ਪੈਦਾ ਹੋ ਗਿਆ, ਜਿਸ ਨੂੰ ਦੇਖ ਕੇ ਮੱਖਣ ਸ਼ਾਹ ਲੁਬਾਣਾ ਜਿਹੜਾ ਹੈ ਉਹ ਘਬਰਾ ਗਿਆ ਤੇ ਉਸਨੇ ਹੱਥ ਜੋੜ ਕੇ ਗੁਰੂ ਜੀ ਦੇ ਅੱਗੇ ਸੁਖਣਾ ਕੀਤੀ ਕਿ ਹੇ ਪ੍ਰਮਾਤਮਾ, ਹੇ ਗੁਰੂ ਜੀ, ਜੇਕਰ ਮੇਰਾ ਜਹਾਜ਼ ਬੰਨੇ ਲੱਗ ਜਾਵੇ ਤਾਂ ਮੈਂ 500 ਮੋਹਰਾਂ ਜਿਹੜੀਆਂ ਹੈ ਉਹ ਗੁਰੂ ਘਰ ਚੜਾਵਾਂਗਾ। ਇਹ ਸੁਖਣਾ ਦੇ ਪਿੱਛੋਂ ਉਸਦਾ ਬੇੜਾ ਜਿਹੜਾ ਹੈ ਬੇਟਾ, ਉਸਦਾ ਜਹਾਜ਼ ਜਿਹੜਾ ਹੈ ਉਹ ਬੰਨੇ ਲੱਗ ਗਿਆ, ਜਿਸ ਕਰਕੇ ਜਿਵੇਂ ਹੀ ਉਹ ਪੰਜਾਬ ਪਹੁੰਚਿਆ ਤੇ ਉਹ ਸਤਿਗੁਰਾਂ ਦੇ ਦਰਸ਼ਨ ਕਰਨ ਦੇ ਲਈ ਬਾਬੇ ਬਕਾਲੇ ਪਹੁੰਚ ਗਿਆ। ਪਰ ਅੱਗੇ ਤੇ ਹੋਰ ਹੀ ਖੇਡ ਬਣੀ ਹੋਈ ਸੀ। ਉੱਥੇ ਕਈ ਬਾਈ ਸੋਢੀ ਜਿਹੜੇ ਨੇ ਆਪਣੀਆਂ ਆਪਣੀਆਂ ਮੰਜੀਆਂ ਢਾ ਕੇ ਗੁਰੂ ਬਣ ਕੇ ਬੈਠੇ ਹੋਏ ਸਨ ਤੇ ਸੰਗਤਾਂ ਤੋਂ ਆਪਣੀ ਮਾਨਤਾ ਜਿਹੜੀ ਹੈ ਉਹ ਕਰਵਾ ਰਹੇ ਸਨ ਤੇ ਸਾਰਿਆਂ ਦੇ ਆਲੇ ਦੁਆਲੇ ਹੋਰ ਕਈ ਏਜੰਟ ਜਿਹੜੇ ਆ ਇਕੱਠੇ ਹੋਏ ਬੈਠੇ ਸਨ ਜੋ ਉਹਨਾਂ ਦੀ ਦੁਕਾਨਦਾਰੀ ਨੂੰ ਚਲਾਉਣ ਦਾ ਯਤਨ ਕਰ ਰਹੇ ਸਨ। ਭਾਈ ਮੱਖਣ ਸ਼ਾਹ ਲੁਬਾਣਾ ਜਿਹੜੇ ਨੇ ਉਹ ਦੇਖ ਕੇ ਬਹੁਤ ਦੁਖੀ ਹੋਏ। ਉਹਨਾਂ ਨੂੰ ਸਮਝ ਨਾ ਆਵੇ ਬੇਟਾ ਕਿ ਕਿਹੜਾ ਸੱਚਾ ਗੁਰੂ ਹੈ ਤੇ ਮੈਂ ਆਪਣੀ ਸੁਖਣਾ ਜਿਹੜੀ ਹੈ ਉਹ ਹੁਣ ਕਿਸ ਨੂੰ ਦੇਵਾਂ। ਉਹ ਬਹੁਤ ਪਰੇਸ਼ਾਨ ਹੋਏ। ਫਿਰ ਉਹਨਾਂ ਨੇ ਸੋਚ ਕੇ ਤੇ ਇੱਕ ਵਿਉਂਤ ਕੱਢੀ। ਉਹਨਾਂ ਨੇ ਸਾਰੇ ਬੇਟਾ ਜਿਹੜੇ ਉਹ ਗੁਰੂ ਬਣ ਕੇ, ਜਾਲੀ ਗੁਰੂ ਬਣ ਕੇ ਬੈਠੇ ਹੋਏ ਸਨ, ਉਹਨਾਂ ਦੇ ਅੱਗੇ 2-2 ਮੋਹਰਾਂ ਰੱਖ ਕੇ ਮੱਥਾ ਟੇਕਣਾ ਸ਼ੁਰੂ ਕਰ ਦਿੱਤਾ। ਉਹਨਾਂ ਨੇ ਮਨ ਵਿੱਚ ਸੋਚਿਆ ਕਿ ਜਿਹੜਾ ਸੱਚਾ ਗੁਰੂ ਹੋਵੇਗਾ ਉਹ ਆਪੇ ਹੀ ਆਪਣੀ ਸੁਖਣਾ ਮੰਗ ਲਵੇਗਾ। ਪਰੰਤੂ ਸਾਰੇ ਜਾਲੀ ਗੁਰੂ ਖਤਮ ਹੋ ਗਏ ਪਰ ਸੁਖਣਾ ਕਿਸੇ ਨਾਲ ਨਹੀਂ ਮੰਗੀ ਤੇ ਉਹ ਮੱਖਣ ਸ਼ਾਹ ਜਿਹੜਾ ਹੈ ਉਹ ਬਹੁਤ ਹੀ ਦੁਖੀ ਹੋਇਆ। ਫਿਰ ਬਾਅਦ ਵਿੱਚ ਬੇਟਾ ਉਹ ਪਿੰਡ ਵਿੱਚ ਗਿਆ ਤੇ ਉਹਨੇ ਲੋਕਾਂ ਨੂੰ ਪੁੱਛਿਆ ਕਿ ਇੱਥੇ ਹੋਰ ਵੀ ਕੋਈ ਗੁਰੂ ਰਹਿੰਦਾ ਹੈ। ਪਹਿਲੇ ਤੇ ਕੋਈ ਦੱਸੇ ਨਾ, ਪਰ ਪਿੱਛੋਂ ਇੱਕ ਨੇ ਦੱਸਿਆ ਕਿ ਹਾਂ, ਇੱਥੇ ਸਾਹਿਬਜ਼ਾਦਾ ਤੇਗ ਬਹਾਦਰ ਰਹਿੰਦਾ ਏ, ਪਤਾ ਕਰਕੇ ਵੇਖੋ। ਇਹ ਸੁਣ ਕੇ ਭਾਈ ਮੱਖਣ ਸ਼ਾਹ ਲੁਬਾਣੇ ਨੂੰ ਕੁਝ ਧੀਰਜ ਹੋਇਆ ਤੇ ਉਹ ਉਸ ਪਾਸੇ ਵੱਲ ਚੱਲ ਪਿਆ। ਭੋਰੇ ਵਿੱਚ ਜਦੋਂ ਉਹਨੇ ਤਪ ਕਰਦੇ ਹੋਏ ਗੁਰੂ ਜੀ ਦਾ ਮੁਖੜਾ ਦੇਖਿਆ ਤੇ ਉਸਨੂੰ ਯਕੀਨ ਹੋ ਗਿਆ ਕਿ ਹੋਵੇ ਨਾ ਹੋਵੇ ਸਤਿਗੁਰੂ ਜੀ ਇਹੋ ਹੀ ਨੇ, ਪਰ ਹਾਲੇ ਮੇਰੀ ਪ੍ਰੀਖਿਆ ਜਿਹੜੀ ਹੈ ਉਹ ਬਾਕੀ ਹੈ। ਉਸਨੇ 2 ਮੋਹਰਾਂ ਕੱਢ ਕੇ ਬੇਟਾ ਭਾਈ ਜੀ ਦੇ ਅੱਗੇ ਰੱਖੀਆਂ ਤੇ ਮੱਥਾ ਟੇਕਿਆ ਤੇ ਉਸ ਤੋਂ ਅੱਗੇ ਪਤਾ ਕੀ ਹੋਇਆ? ਗੁਰੂ ਜੀ ਹੱਸ ਕੇ ਬੋਲੇ, ਸਿੱਖਾ ਆਪਣਾ ਬਚਨ ਪੂਰਾ ਕਰ, ਕਿਉਂਕਿ ਉਹਨੇ ਤੇ ਬੇਟਾ 500 ਮੋਹਰਾਂ ਸੁੱਖੀਆਂ ਹੋਈਆਂ ਸਨ। ਬਸ ਫੇਰ ਕੀ ਸੀ, ਮੱਖਣ ਸ਼ਾਹ ਨੂੰ ਤੇ ਇਸ ਤਰ੍ਹਾਂ ਜਿਸ ਤਰ੍ਹਾਂ ਸੂਰਜ ਦੇ ਸਾਹਮਣਿਓਂ ਸਾਰੇ ਬੱਦਲ ਹਟ ਗਏ ਹੋਣ। ਮੱਖਣ ਸ਼ਾਹ ਜਿਹੜਾ ਹੈ ਉਹ ਖੁਸ਼ੀ ਦੇ ਨਾਲ ਫੁੱਲਿਆ ਨਹੀਂ ਸਮਾ ਰਿਹਾ ਸੀ ਤੇ ਉਹਨੇ ਕੋਠੇ ਤੇ ਚੜ ਗਿਆ ਤੇ ਕੋਠੇ ਉੱਤੇ ਚੜ ਕੇ ਉਹਨੇ ਜ਼ੋਰ ਜ਼ੋਰ ਦੀ ਬੇਟਾ ਸ਼ੋਰ ਮਚਾਉਣਾ ਸ਼ੁਰੂ ਕਰ ਦਿੱਤਾ, ਗੁਰੂ ਲਾਦੋ ਰੇ, ਗੁਰੂ ਲਾਦੋ ਰੇ। ਸਾਰੀਆਂ ਸੰਗਤਾਂ ਜਿਹੜੀਆਂ ਨੇ ਉਹਦੀ ਆਵਾਜ਼ ਸੁਣ ਕੇ ਇਕੱਠੀਆਂ ਹੋ ਗਈਆਂ ਤੇ ਸਾਰਿਆਂ ਨੇ ਗੁਰੂ ਜੀ ਦੇ ਦਰਸ਼ਨ ਕੀਤੇ ਤੇ ਆਪਣੇ ਮਨ ਦੀ ਪਿਆਸ ਜਿਹੜੀ ਹੈ ਉਹਨਾਂ ਨੇ ਬੁਝਾਈ ਤੇ ਸੰਗਤਾਂ ਨੇ ਗੁਰੂ ਜੀ ਨੂੰ ਭੋਰੇ ਤੋਂ ਬਾਹਰ ਲੈ। ਹੁਣ ਧੀਰ ਮੱਲ ਤੇ ਬਾਕੀ ਜਾਲੀ ਗੁਰੂਆਂ ਨੂੰ ਆਪਣੀਆਂ ਆਸਾਂ ਦੇ ਮਹਿਲ ਜਿਹੜੇ ਨੇ ਉਹ ਰੇਤ ਦੀਆਂ ਕੰਧਾਂ ਵਾਂਗ ਘਿਰਦੇ ਹੋਏ ਦਿਸਣ ਲੱਗੇ, ਕਿਉਂਕਿ ਗੁਰਗੱਦੀ ਦਾ ਅਸਲੀ ਹੱਕਦਾਰ ਜਿਹੜਾ ਹੈ ਉਹ ਹੁਣ ਮਿਲ ਗਿਆ ਸੀ। ਇਹ ਦੇਖ ਕੇ ਉਸਨੇ ਕੁਝ ਮਸੰਦਾਂ ਨੂੰ ਨਾਲ ਲੈ ਕੇ ਗੁਰੂ ਜੀ ਤੇ ਹੱਲਾ ਕਰ ਦਿੱਤਾ ਤੇ ਗੁਰੂ ਜੀ ਦਾ ਸਾਰਾ ਸਮਾਨ ਵੀ ਲੁੱਟ ਲਿਆ। ਪਰ ਭਾਈ ਮੱਖਣ ਸ਼ਾਹ ਲੁਬਾਣਾ ਜੀ ਨੇ ਆਪਣੇ ਨਾਲ ਕੁਝ ਸੂਰਮੇ ਇਕੱਠੇ ਕੀਤੇ ਤੇ ਉਹਨਾਂ ਨੇ ਧੀਰ ਮੱਲ ਤੇ ਉਸਦੇ ਮਸੰਦਾਂ ਤੇ ਹਮਲਾ ਕਰ ਦਿੱਤਾ। ਉਹਨਾਂ ਨੇ ਨਾ ਕੇਵਲ ਗੁਰੂ ਜੀ ਦਾ ਲੁੱਟਿਆ ਹੋਇਆ ਮਾਲ ਹੀ ਵਾਪਸ ਲਿਆਂਦਾ, ਸਗੋਂ ਉਹਨਾਂ ਦਾ ਬਾਕੀ ਸਾਰਾ ਸਮਾਨ ਵੀ ਖੋਹ ਲਿਆ। ਪਰ ਜਦੋਂ ਸੰਗਤਾਂ ਉਹਨਾਂ ਦਾ ਮਾਲ ਲੁੱਟ ਕੇ ਲੈ ਕੇ ਆਈਆਂ ਤਾਂ ਗੁਰੂ ਜੀ ਨੇ ਹੁਕਮ ਦਿੱਤਾ ਕਿ ਇਹ ਸਭ ਕੁਝ ਉਹਨਾਂ ਨੂੰ ਮੋੜ ਦਿਓ। ਸੰਗਤਾਂ ਨੇ ਹੋਰ ਸਭ ਕੁਝ ਤਾਂ ਮੋੜਨਾ ਮੰਨ ਲਿਆ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਮੋੜਨ ਦੇ ਲਈ ਉਹ ਰਾਜੀ ਨਹੀਂ ਹੋਏ। ਪਰ ਗੁਰੂ ਜੀ ਨੇ ਜਦੋਂ ਉਹਨਾਂ ਨੂੰ ਜ਼ੋਰ ਦਿੱਤਾ ਤਾਂ ਸੰਗਤਾਂ ਇਸ ਗੱਲ ਦੇ ਲਈ ਵੀ ਰਾਜੀ ਹੋ ਗਈਆਂ। ਇਸ ਤੋਂ ਬਾਅਦ ਬੇਟਾ ਉਸ ਸਿੱਖ ਦੀ ਭਾਲ ਕੀਤੀ ਗਈ ਜਿਹੜਾ ਕਿ ਦਿੱਲੀ ਤੋਂ 5 ਪੈਸੇ ਤੇ ਨਾਰੀਅਲ ਲੈ ਕੇ ਆਇਆ ਸੀ ਤੇ ਰਸਮ ਅਨੁਸਾਰ 30 ਮਾਰਚ 1664 ਈਸਵੀ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਜੀ ਹਿੰਦ ਦੀ ਚਾਦਰ ਗੁਰੂ ਗੱਦੀ ਤੇ ਬਿਰਾਜਮਾਨ ਹੋਏ। ਅੱਜ ਦੀ ਬੇਟਾ ਇਸ ਵੀਡੀਓ ਦੇ ਵਿੱਚ ਇੰਨੀ ਹੀ ਜਾਣਕਾਰੀ ਜਿਹੜੀ ਹੈ ਉਹ ਬਹੁਤ ਹੈ। ਇਸ ਤੋਂ ਅਗਲੀ ਜਾਣਕਾਰੀ ਜਿਹੜੀ ਹੈ ਮੈਂ ਉਹ ਆਪਣੀ ਅਗਲੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੀ। ਧੰਨਵਾਦ।